बहुत स्वागत है जी साਰਿਆਂ ਦਾ। मैं हाँ सुरिंदर ढिल्ला। खबर पड़ताल देख रहे हो तुसीं और बहुत अहम खबरां ने जिन्हां दे उपर इस वक्त असीं लाइव कपड़ छान करांगे। सब तो पहलां दिल्ली दी मीटिंग दी गल करदे हां। आखिरकार केंद्र सरकार ने कोरी ना कर दित्ती पंजाब सरकार दे उस प्रस्ताव नूं, जिहड़ा प्रस्ताव लैके पंजाब दे खजाना मंत्री मनप्रीत सिंह बादल, कैबिनेट मंत्री विजय इंदर सिंगला, खुराक ते फूड ਅਤੇ सिविल सप्लाई मंत्री भारत भूषण आशू ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਪੀਯੂਸ਼ ਗੋਇਲ ਨੂੰ ਮਿਲਣ ਗਏ ਸੀ, ਜਿਹੜੇ ਕਿ ਰੇਲ ਮੰਤਰੀ ਵੀ ਨੇ ਔਰ ਦੇਸ਼ ਦੇ ਵੱਡੇ ਕੈਬਨਿਟ ਮੰਤਰੀ ਨੇ। ਇਹ ਚਾਰੇ ਮੰਤਰੀਆਂ ਨੇ ਸਮੇਤ ਲਾਲ ਸਿੰਘ, ਇਹਨਾਂ ਸਾਰਿਆਂ ਨੇ ਪੀਯੂਸ਼ ਗੋਇਲ ਅੱਗੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਉਹ ਚਿੱਠੀ ਦੇ ਹਵਾਲੇ ਰੱਖੇ। ਕੈਪਟਨ ਅਮਰਿੰਦਰ ਨੇ ਚਿੱਠੀ ਵੀ ਦੇ ਕੇ ਭੇਜਿਆ ਸੀ ਕਿ ਸਾਨੂੰ ਤੁਸੀਂ 1 ਸਾਲ ਲਈ ਮੁਕਤ ਕਰ ਦਿਓ, ਸਿੱਧੀ ਪੇਮੈਂਟ ਕਿਸਾਨਾਂ ਨੂੰ ਨਾ ਕਰੋ, 1 ਸਾਲ ਲਈ ਆੜਤੀਆਂ ਦੇ ਜ਼ਰੀਏ ਹੀ ਪੇਮੈਂਟ ਕਰੋ। ਪਰ ਪੀਯੂਸ਼ ਗੋਇਲ ਉਹਨਾਂ ਦੇ ਨਾਲ ਇਹ ਗੱਲਬਾਤ ਸਿਰੇ ਨਹੀਂ ਚੜੀ ਔਰ ਕੇਂਦਰ ਨੇ ਕੈਪਟਨ ਅਮਰਿੰਦਰ ਦੇ ਇਸ ਪ੍ਰਸਤਾਵ ਨੂੰ ਠੋਕਰ ਮਾਰਤੀ ਔਰ ਸਪਸ਼ਟ ਕਹਿ ਦਿੱਤਾ ਕਿ ਅਸੀਂ ਤਾਂ ਜਿਹੜੇ ਪੈਸੇ ਨੇ ਉਹ ਕਿਸਾਨਾਂ ਦੇ ਖਾਤਿਆਂ ਵਿੱਚ ਹੀ ਪਾਵਾਂਗੇ। ਹਾਲਾਂਕਿ ਜਿਹੜਾ ਲੈਂਡ ਰਿਕਾਰਡ ਦਾ ਮਸਲਾ ਸੀ, ਜਿਹੜਾ ਬਹੁਤ ਇੱਕ ਗੰਭੀਰ ਮਸਲਾ ਸੀ ਕਿਸਾਨਾਂ ਦੇ ਲਈ ਵੀ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਲਈ ਵੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਲੈਂਡ ਰਿਕਾਰਡ ਕਿਵੇਂ ਦਰੁਸਤ ਹੋਣਗੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਤੇ ਪੰਜਾਬ ਸਰਕਾਰ ਦੇ ਖਾਤੇ 'ਚ। ਸੋ ਇਹ ਕਹਿਤਾ ਕੇਂਦਰ ਸਰਕਾਰ ਨੇ ਕਿ ਜਿਹੜਾ ਲੈਂਡ ਰਿਕਾਰਡ ਹੈ ਉਹਨੂੰ ਦਰੁਸਤ ਕਰਨ ਲਈ ਅਸੀਂ 6 ਮਹੀਨੇ ਦਾ ਸਮਾਂ ਜਿਹੜਾ ਦਿੰਨੇ ਆ, ਭਾਵ ਅਗਲੀ ਫਸਲ ਤੱਕ ਤੁਸੀਂ ਲੈਂਡ ਰਿਕਾਰਡ ਜੋੜ ਸਕਦੇ ਹੋ। ਇਹਦਾ ਮਤਲਬ ਹੈ ਇੱਕ ਮੰਗ ਮੰਨ ਲਈ ਗਈ ਹੈ, ਲੈਂਡ ਰਿਕਾਰਡ ਦੀ ਜ਼ਮੀਨ ਕਿਸ ਦੇ ਨਾਂ ਤੇ ਹੈ, ਕਿਸ ਦੇ ਨਾਂ ਤੇ ਨਹੀਂ ਹੈ, ਇਸ ਵਾਰ ਦਾ ਕੋਈ ਰੌਲਾ ਨਹੀਂ ਹੋਊਗਾ। ਪਰ ਪੈਸੇ ਕੇਂਦਰ ਕਹਿੰਦਾ ਅਸੀਂ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਪਾਵਾਂਗੇ। ਹੁਣ 1 ਸਾਲ ਪਹਿਲਾਂ ਵੀ ਸਮਾਂ ਮੰਗਿਆ ਸੀ ਪੰਜਾਬ ਦੀ ਸਰਕਾਰ ਨੇ ਕਿ ਸਾਨੂੰ 1 ਸਾਲ ਦਾ ਸਮਾਂ ਦੇ ਦਿਓ। ਉਸ 1 ਸਾਲ ਦੇ ਦਰਮਿਆਨ ਪੰਜਾਬ ਸਰਕਾਰ ਨੇ ਯਤਨ ਕਿਉਂ ਨਹੀਂ ਕੀਤੇ, ਉਹ ਮੀਟਿੰਗਾਂ ਕਿਉਂ ਨਹੀਂ ਕੀਤੀਆਂ ਜਿਹੜੀ ਮੀਟਿੰਗ 10 ਅਪ੍ਰੈਲ ਤੋਂ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ 8 ਅਪ੍ਰੈਲ ਨੂੰ ਕੀਤੀ ਗਈ। 1 ਸਾਲ ਦਾ ਸਮਾਂ ਅਜਾਈਂ ਗਵਾਇਆ ਗਿਆ ਔਰ ਹੁਣ ਅੱਜ 9 ਅਪ੍ਰੈਲ ਨੂੰ ਫਿਰ ਮੀਟਿੰਗ ਸੱਦੀ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਆੜਤੀਆਂ ਦੇ ਨਾਲ ਮੀਟਿੰਗ ਕਰਨਗੇ ਔਰ ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਤੇ ਮਨਪ੍ਰੀਤ ਬਾਦਲ ਕਹਿੰਦੇ ਅਸੀਂ ਆੜਤੀਆਂ ਨਾਲ ਮਿਲ ਕੇ ਹੁਣ ਕੋਈ ਵਿੱਚ ਦਾ ਰਾਹ ਕੱਢਾਂਗੇ। ਪਹਿਲਾਂ ਸੂਬੇ ਦੀ ਸਰਕਾਰ ਕਹਿ ਰਹੀ ਸੀ, ਭਾਰਤ ਭੂਸ਼ਣ ਆਸ਼ੂ ਵੀ ਕਹਿ ਰਹੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਅਸੀਂ ਆੜਤੀਆਂ ਦੇ ਜ਼ਰੀਏ ਹੀ ਸਰਕਾਰੀ ਖਰੀਦ ਕਰਾਂਗੇ। ਹੁਣ ਕੇਂਦਰ ਕਹਿੰਦਾ ਜੇ ਤੁਸੀਂ ਆੜਤੀਆਂ ਦੇ ਜ਼ਰੀਏ ਖਰੀਦ ਕਰਨੀ ਹੈ ਤੇ ਸੂਬਾ ਸਰਕਾਰ ਕਣਕ ਖਰੀਦ ਲੇ ਔਰ ਆੜਤੀਆਂ ਦੇ ਜ਼ਰੀਏ ਖਰੀਦ ਕਰ ਲੇ। ਪਰ ਕੀ ਸੂਬੇ ਦੀ ਸਰਕਾਰ ਕੋਲੇ ਇੰਨਾ ਪੈਸਾ ਹੈ? ਸੋ ਹੁਣ ਕੁੱਲ ਮਿਲਾ ਕੇ ਇੱਕ ਤਰੀਕੇ ਨਾਲ ਸੂਬੇ ਨੂੰ ਸਹਿਮਤੀ ਦੇਣੀ ਪਊ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਅਦਾਇਗੀ ਦੀ, ਕਿਉਂਕਿ ਅਗਰ ਸੂਬੇ ਦੀ ਸਰਕਾਰ ਸਿੱਧੀ ਅਦਾਇਗੀ ਦੀ ਮਨਜ਼ੂਰੀ ਨਹੀਂ ਦਿੰਦੀ, ਫੈਸਲਾ ਨਹੀਂ ਕਰਦੀ, ਤਾਂ ਇਸ ਵਾਰ ਪੰਜਾਬ ਦੀਆਂ ਮੰਡੀਆਂ 'ਚ ਕਣਕ ਰੁਲੂਗੀ ਤੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਨਹੀਂ ਹੋਣੀ। ਹੁਣ ਮੀਟਿੰਗ ਤੋਂ ਬਾਅਦ ਕਿਹਾ ਕਿ ਮਨਪ੍ਰੀਤ ਬਾਦਲ ਨੇ, ਭਾਰਤ ਭੂਸ਼ਣ ਆਸ਼ੂ ਨੇ, ਇੱਕ ਵਾਰੀ ਇਹ ਵੀ ਸੁਣਨਾ ਬੜਾ ਜ਼ਰੂਰੀ ਹੈ, ਇਹਨਾਂ ਦੀ ਇੱਕ ਵਾਰੀ ਗੱਲ ਵੀ ਸੁਣ ਲਈ। मीटिंग की अहमियत और ये किस अहमियत की हामिल है कि एक बहुत बड़ी डेलीगेशन पंजाब से आई, क्योंकि जो पंजाब की सारी जो लाइफलाइन है वो फूड सिक्योरिटी ऑफ इंडिया एंड हमारी जो किसान हैं। तो जो 2-4 मुतालबात थे, सबसे बड़ा और सबसे जो वी फील की सबसे ज़रूरी था वो था जो गवर्नमेंट ऑफ इंडिया बोल रहे हैं कि डायरेक्ट ट्रांसफ़र टू बेनिफिशरी वो होना चाहिए। हमने उनको बोला था कि आप थोड़ा समय दे दें। हमारे जो एक कल्चरली पंजाब में जो आड़त का सिस्टम है, तो गवर्नमेंट ऑफ इंडिया ने उसको सिरे से रद्द कर दिया कि या तो स्टेट गवर्नमेंट खुद प्रोक्योर कर ले और खुद इसको लिक्विडेट करे, वरना अगर ये फूड स्टॉक हमारा है और ये इसके पैसे हम दे रहे हैं, तो जो मिडिल मैन है या जिसको हम पंजाबी में आड़ती बोलते हैं, आड़ती को हम पैसे नहीं देंगे। वी विल ट्रांसफर इट डायरेक्ट, आड़ती को कमीशन अलग से चली जाएगी। सो तुसी स्पष्ट तौर दे उत्ते सुनिया, मनप्रीत बादल कहंदे कि सिरे तो जिहड़ा साडी योजना नकारती। मनप्रीत बादल ये भी कह रहे सी, कहंदे बहुत जरूरी है सूबे लई बहुत जरूरी है। पर बड़ी हैरानी वाली गल है कि मीटिंग करन कदों गए मनप्रीत बादल और पंजाब के दूसरे मंत्री। हालांकि केंद्र सरकार ने खुल दिल भी दिखाया कि उन्होंने 6 महीने का समा लैंड रिकॉर्ड ਲਈ ਦੇ ਦਿੱਤਾ ਹੈ। और भारत भूषण आशू ਜਿਹੜੇ एक होर साडे कैबिनेट मंत्री ने, ਉਹਨਾਂ ਦੀ ਗੱਲ भी सुन ली, वो भी मीटिंग 'ਚ नाल गए। जैसे एफएम साहब ने बताया, जो लैंड रिकॉर्ड्स का
इशू था वो एक सीज़न के लिए यानी 6 महीने के लिए डेफर कर दिया। अब जो मेन इशू था डायरेक्ट पेमेंट टू फार्मर, वो उन्होंने हमारी रिक्वेस्ट नहीं मानी। अब कल जाके हम आड़तियाज़ को भी लूप में लेंगे, कुछ ऐसा सिस्टम ऐसा मैकेनिज़्म डेवलप करेंगे जिसमें हम आड़तियों को थोड़ा प्रोटेक्शन दे सकें और अपनी प्रोक्योरमेंट पूरी करें। कल सीएम साहब ने आड़तियाज़ के साथ मीटिंग रखी हुई है। आशु साहब 10 तारीख से प्रोक्योरमेंट शुरू हो गई और निर्विघ्न शुरू होगी। एक एक दाना उठाया जाएगा और उसकी पेमेंट पूरी की पूरी किसानों के खाते में जाएगी। सो हुण लैंड रिकॉर्ड है जिहड़ा वो 6 महीने ਦੇ ਲਈ ਡੈਫਰ ਕਰ ਦਿੱਤਾ ਹੈ ਔਰ ਵਿਜੇਇੰਦਰ ਸਿੰਗਲਾ ਵੀ ਸਾਡੇ ਮੰਤਰੀ ਉਹ ਵੀ ਗਏ ਸੀ। ਵਿਜੇਇੰਦਰ ਸਿੰਗਲਾ ਕਹਿੰਦੇ ਹੁਣ ਆੜਤੀਆਂ ਨਾਲ ਮਿਲ ਕੇ ਕੋਈ ਨਾ ਕੋਈ ਵਿਵਸਥਾ ਕੈਪਟਨ ਅਮਰਿੰਦਰ ਸਿੰਘ ਜਿੱਥੇ ਤੱਕ ਵੱਡਾ ਮਸਲਾ ਸੀਗਾ ਆੜਤੀਆਂ ਦੀ ਪੇਮੈਂਟ ਨੂੰ ਲੈ ਕੇ, ਭਾਰਤ ਸਰਕਾਰ ਨੇ ਕਿਸਾਨਾਂ ਨੂੰ ਸਿੱਧੀ ਪੇਮੈਂਟ ਦੇਣ ਵਾਸਤੇ ਆਪਣੀ ਗੱਲ ਪੱਕੀ ਰੱਖੀ ਹੈ ਔਰ ਜਿਹੜੀ ਪੇਮੈਂਟ ਹੈ ਭਾਰਤ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨ ਨੂੰ ਦੇ ਖਾਤੇ 'ਚ ਸਿੱਧੀ ਪਾਵਾਂਗੇ ਤੇ ਉਸ ਗੱਲ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਸਾਡੇ ਵੱਲੋਂ ਜ਼ੋਰਦਾਰ ਤਰੀਕੇ ਨਾਲ ਗੱਲ ਰੱਖੀ ਗਈ ਪਰ ਉਹਨਾਂ ਨੇ ਮੰਨੀ ਨਹੀਂ। ਅਸੀਂ ਕੋਈ ਨਾ ਕੋਈ ਮੈਕੈਨਿਜ਼ਮ ਲੱਭਾਂਗੇ ਜਿਸ ਦੇ ਨਾਲ ਆੜਤੀਆ ਵੀ ਬਚ ਸਕੇ ਤੇ ਪ੍ਰੋਕਿਉਰਮੈਂਟ ਵੀ ਹੋ ਸਕੇ। ਸੋ ਕਹਿੰਦੇ ਸਾਡੀ ਗੱਲ ਨਹੀਂ ਮੰਨੀ। ਸੋ ਪੰਜਾਬ 'ਚ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਅਸੀਂ 10 ਤਰੀਕ ਤੋਂ ਸਰਕਾਰੀ ਖਰੀਦ ਕਰਾਂਗੇ ਤੇ ਪੰਜਾਬ ਦੀ ਸਰਕਾਰ ਆੜਤੀਆਂ ਦੇ ਜ਼ਰੀਏ ਹੀ ਖਰੀਦ ਕਰਾਊਗੀ। ਪਰ ਹੁਣ ਆੜਤੀਆਂ ਦੇ ਨਾਲ ਜਦੋਂ ਮੀਟਿੰਗ ਹੋਣੀ ਹੈ ਦੁਬਾਰਾ, ਹੁਣ ਤੋਂ ਥੋੜੇ ਸਮੇਂ ਬਾਅਦ, ਅੱਜ ਜਦੋਂ ਵੀ ਮੀਟਿੰਗ ਹੁੰਦੀ ਹੈ ਤੇ ਕੀ ਫੈਸਲਾ ਹੁੰਦਾ ਹੈ, ਆੜਤੀਏ ਕੀ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਰਜ਼ਾਮੰਦੀ ਦੇਣਗੇ, ਕਿਤੇ ਪੰਜਾਬ 'ਚ ਆੜਤੀਏ ਹੜਤਾਲ ਤੇ ਤਾਂ ਨਹੀਂ ਚਲੇ ਜਾਣਗੇ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਔਰ ਹੁਣ ਕਿਸਾਨ ਮੋਰਚੇ ਦਾ ਕੀ ਫੈਸਲਾ ਹੋਊਗਾ। ਪੰਜਾਬ ਦਾ ਜਿਹੜਾ ਕਿਸਾਨ ਮੋਰਚਾ, ਜਿਹੜਾ ਸਿੰਘੂ ਬਾਰਡਰ, ਟਿੱਕਰੀ ਬਾਰਡਰ ਤੇ ਕਿਸਾਨ ਲੀਡਰ ਬੈਠੇ ਨੇ, ਉਹ ਬਹੁਤ ਵੱਡੇ ਵੱਡੇ ਬਿਆਨ ਸਮੇਂ-ਸਮੇਂ ਤੇ ਦਿੰਦੇ ਨੇ, ਪਰ ਇਸ ਮਸਲੇ ਤੇ ਹੁਣ ਉਹਨਾਂ ਦੀ ਟਿੱਪਣੀ ਕੀ ਹੈ। ਪਹਿਲਾਂ ਤਾਂ ਉਹ ਵੀ ਕਹਿ ਰਹੇ ਸੀ ਕਿ ਅਸੀਂ ਵਿਰੋਧ ਕਰਦੇ ਹਾਂ, ਅਸੀਂ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਅਦਾਇਗੀ ਦਾ ਸਮਰਥਨ ਨਹੀਂ ਕਰਾਂਗੇ। ਪਰ ਕੀ ਕਿਸਾਨ ਮੋਰਚਾ ਇਹ ਕਹੂਗਾ ਕਿਸਾਨਾਂ ਨੂੰ ਵੀ ਅਸੀਂ ਸਿੱਧੀ ਅਦਾਇਗੀ ਕਿਸੇ ਕੀਮਤ ਤੇ ਨਹੀਂ ਲੈਣੀ ਤੇ ਤੁਸੀਂ ਫਸਲਾਂ ਵੇਚਣ ਲਈ ਨਾ ਲਿਆਓ, ਕਣਕ ਵੇਚਣ ਲਈ ਨਾ ਲਿਆਓ। ਅਸਲ 'ਚ ਸਮੱਸਿਆ ਦਾ ਹੱਲ ਕੱਢਿਆ ਜਾਣਾ ਜ਼ਰੂਰੀ ਹੈ। ਕਿਸਾਨ ਮੋਰਚੇ ਨੂੰ ਵੀ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਿਛਲੇ 1 ਸਾਲ ਇਸ ਸਮੱਸਿਆ ਦੇ ਹੱਲ ਦੇ ਉੱਤੇ ਕੰਮ ਕਰਨਾ ਚਾਹੀਦਾ ਸੀ, ਤਾਂ ਹੀ ਜਿਹੜੀ ਇਹ ਸਮੱਸਿਆ ਹੈ ਹੱਲ ਹੋਣੀ ਸੀ। ਔਰ ਹੁਣ 10 ਅਪ੍ਰੈਲ ਤੋਂ ਮੰਡੀਆਂ 'ਚ ਕਣਕ ਆ ਜਾਣੀ ਹੈ। 10 ਅਪ੍ਰੈਲ 'ਚ ਮੰਡੀਆਂ 'ਚ ਕਣਕ ਆਉਣ ਤੋਂ ਬਾਅਦ ਕੀ ਕਣਕ ਸਮੇਂ ਸਿਰ ਚੱਕੀ ਜਾਊਗੀ, ਇਹ ਵੀ ਦੇਖਣ ਵਾਲੀ ਗੱਲ ਰਹੂਗੀ। ਲੈਂਡ ਰਿਕਾਰਡ ਤੋਂ 6 ਮਹੀਨੇ ਦੀ ਮੁਕਤੀ ਮਿਲ ਗਈ, ਪਰ ਹੁਣ ਕੇਂਦਰ ਸਰਕਾਰ ਦੇ ਉਸ ਵਾਅਦੇ ਤੇ ਵੀ ਧਿਆਨ ਰੱਖਣਾ ਪਊਗਾ। ਉਹ ਦਾਅਵਾ ਕੇਂਦਰ ਸਰਕਾਰ ਦਾ ਕਿ ਅਸੀਂ 72 ਘੰਟਿਆਂ 'ਚ ਪੈਸੇ ਖਾਤਿਆਂ 'ਚ ਪਾ ਦਿਆਂਗੇ ਕਿਸਾਨਾਂ ਦੇ। ਹੁਣ ਇਹ ਵੇਖਣ ਵਾਲੀ ਗੱਲ ਹੋਊਗੀ ਵੀ ਕੀ 72 ਘੰਟਿਆਂ ਦੇ ਵਿੱਚ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆਉਣਗੇ। ਆੜਤੀਆਂ ਦਾ ਕੀ ਰੁਖ ਰਹੂਗਾ, ਸੂਬੇ ਸਰਕਾਰ ਦਾ ਕੀ ਰੁਖ ਰਹੂਗਾ, ਇਹਦੇ ਤੇ ਵੀ ਨਜ਼ਰ ਰੱਖਾਂਗੇ। 130 ਲੱਖ ਮੀਟ੍ਰਿਕ ਟਨ ਕਣਕ ਇਸ ਵਾਰ ਪੰਜਾਬ 'ਚ ਆ ਸਕਦੀਆਂ ਮੰਡੀਆਂ 'ਚ, ਜਿਹਨੂੰ ਸਰਕਾਰੀ ਤੌਰ ਤੇ ਖਰੀਦਿਆ ਜਾਣਾ ਹੈ। ਔਰ ਸਾਰੀਆਂ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਸਮੇਤ ਫੂਡ ਕਾਰਪੋਰੇਸ਼ਨ ਆਫ ਇੰਡੀਆ, ਉਹ ਵੀ ਇਸ ਵਾਰ ਕਣਕ ਦੀ ਖਰੀਦ ਕਰਨਗੀਆਂ। ਔਰ ਵੇਖਦੇ ਆ ਕਿ ਮੌਸਮ ਕਿਹੋ ਜਿਹਾ ਰਹਿੰਦਾ ਹੈ, ਕਿਤੇ ਕੋਈ ਨਵੀਂ ਵਾਲਾ ਰੌਲਾ ਤਾਂ ਨਹੀਂ ਪੈਂਦਾ, ਕਣਕ ਦੀ ਕੁਆਲਿਟੀ ਤੇ ਕੋਈ ਰੌਲਾ ਤਾਂ ਨਹੀਂ ਪੈਂਦਾ। ਸੁੱਖੀ ਸਾਂਦੀ ਅਗਰ ਕਣਕ ਦੀ ਜਿਹੜੀ ਇਹ ਖਰੀਦ ਦਾ ਸੀਜ਼ਨ ਲੰਘ ਜਾਵੇ ਤੇ ਕਿਸਾਨ ਮੋਰਚਿਆਂ 'ਚ ਬੈਠੇ ਕਿਸਾਨਾਂ ਨੂੰ ਵੀ ਇਹਦੇ ਨਾਲ ਸੁੱਖ ਦਾ ਸਾਹ ਆਊਗਾ, ਨਹੀਂ ਤਾਂ ਚਿੰਤਾਵਾਂ ਨੇ ਜਿਹੜੀਆਂ ਉਹ ਲਗਾਤਾਰ ਬਣੀਆਂ ਰਹਿਣਗੀਆਂ। ਔਰ ਹੁਣ ਸਿਆਸਤ ਦੀ ਇੱਕ ਵੱਡੀ ਖਬਰ ਹੈ, ਉਸ ਪਾਸੇ ਦਾ ਰੁਖ ਕਰ ਦਈਏ। ਆਮ ਆਦਮੀ ਪਾਰਟੀ ਤੇ ਸੁਖਦੇਵ ਢੀਂਡਸਾ ਦੇ ਵਿੱਚ ਇੱਕ ਬਹੁਤ ਅਹਿਮ ਮੀਟਿੰਗ ਹੋਈ ਸੀ। ਉਸ ਮੀਟਿੰਗ 'ਚ ਕੀ ਖਿਚੜੀ ਪੱਕੀ, ਇਹਦੇ ਬਾਰੇ ਕੋਈ ਸਪਸ਼ਟ ਤੌਰ ਤੇ ਗੱਲ ਇਹਨਾਂ ਦੋਹਾਂ ਲੀਡਰਾਂ ਨੇ ਤਾਂ ਨਹੀਂ ਦੱਸੀ, ਪਰ ਛਣ ਕੇ ਖਬਰਾਂ ਇਹ ਬਾਹਰ ਆਈਆਂ ਕਿ ਆਮ ਆਦਮੀ ਪਾਰਟੀ ਤੇ ਸੁਖਦੇਵ ਸਿੰਘ ਢੀਂਡਸਾ ਇੱਕਮਿਕ ਹੋਣ ਦੀਆਂ ਗੱਲਾਂ ਕਰ ਰਹੇ ਸੀ, ਭਾਵ ਗੱਠਜੋੜ ਦੀਆਂ ਗੱਲਾਂ ਕਰ ਰਹੇ ਸੀ। ਪਰ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੇ ਇਹ ਕਹਿਤਾ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਨਾਲ ਅਸੀਂ ਸਮਝੌਤਾ ਨਹੀਂ ਕਰਾਂਗੇ, ਬਲਕਿ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ ਡੈਮੋਕ੍ਰੈਟਿਕ ਦੇ ਲੀਡਰਾਂ ਨੂੰ ਆਪਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਾ ਪਊਗਾ। ਸੋ ਇਹ ਸਾਨੂੰ ਪਿਛਲੇ ਵਰਿਆਂ ਦਾ ਵੀ ਤਜਰਬਾ ਪਤਾ ਹੈ। 2017 ਤੋਂ ਪਹਿਲਾਂ ਵੀ ਬਹੁਤ ਸਾਰੀਆਂ ਪਾਰਟੀਆਂ ਦੇ ਲੀਡਰ ਦੂਜੀਆਂ ਪਾਰਟੀਆਂ ਛੱਡ ਆਮ ਆਦਮੀ ਪਾਰਟੀ 'ਚ ਭੱਜੇ ਸੀ ਤੇ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ 'ਚ ਟਿਕਟਾਂ ਦੀ ਵੰਡ ਦਾ ਰੌਲਾ ਅਜਿਹਾ ਪਿਆ ਕਿ 2017 ਦੀ ਮਾਘੀ ਤੋਂ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ 100 ਸੀਟਾਂ ਦਾ ਸਰਵੇਖਣ ਛਾਪ ਰਹੀ ਸੀ ਇਸ਼ਤਿਹਾਰਾਂ 'ਚ, ਉਹ ਆਮ ਆਦਮੀ ਪਾਰਟੀ ਸਿਰਫ 20 ਸੀਟਾਂ ਤੇ ਆ ਸਕੀ। 2 ਸੀਟਾਂ ਲੋਕ ਇਨਸਾਫ ਪਾਰਟੀ ਵਾਲੇ ਲੈ ਗਏ, ਜਿਹੜੇ ਕਿ ਗੱਠਜੋੜ 'ਚ ਆ ਗਏ ਸੀ। ਪਰ ਹੁਣ ਫਿਰ ਆਮ ਆਦਮੀ ਪਾਰਟੀ ਵਾਲੇ ਇਸ ਗੱਲ ਦੇ ਯਤਨਾਂ 'ਚ ਨੇ ਕਿ ਸਾਡਾ ਕਿਤੇ ਨਾ ਕਿਤੇ ਗੱਠਜੋੜ ਕਿਸੇ ਨਾ ਕਿਸੇ ਹਮਖਿਆਲੀ ਪਾਰਟੀਆਂ ਨਾਲ ਹੋ ਜੇ। ਰਾਘਵ ਚੱਡਾ ਤੇ ਸੁਖਦੇਵ ਸਿੰਘ ਢੀਂਡਸਾ ਦੇ ਵਿਚਾਲੇ ਕਹਿੰਦੇ ਮੀਟਿੰਗ ਹੋਈ ਸੀ। ਸੁਖਦੇਵ ਸਿੰਘ ਢੀਂਡਸਾ ਬਹੁਤ
ਪੁਰਾਣੇ ਸਿਆਸਤਦਾਨ ਨੇ, ਪ੍ਰਕਾਸ਼ ਸਿੰਘ ਬਾਦਲ ਦੇ ਸਾਥੀ ਨੇ, ਔਰ ਪਿੱਛੇ ਜੇ ਅਕਾਲੀ ਦਲ ਛੱਡ ਕੇ ਉਹਨਾਂ ਨੇ ਅਕਾਲੀ ਦਲ ਡੈਮੋਕ੍ਰੈਟਿਕ ਬਣਾ ਕੇ ਦਾਅਵਾ ਕੀਤਾ ਸੀ ਕਿ ਅਸਲੀ ਅਕਾਲੀ ਦਲ ਇਹ ਹੈ। ਹੁਣ ਕੀ ਸੁਖਦੇਵ ਸਿੰਘ ਢੀਂਡਸਾ ਇਸ ਅਸਲੀ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ 'ਚ ਮਿਲਾ ਦੇਣਗੇ? ਇਸ ਸਵਾਲ ਦਾ ਜਵਾਬ ਮੇਰੇ ਲਈ ਬੜਾ ਆਸਾਨ ਹੈ। ਸੁਖਦੇਵ ਸਿੰਘ ਢੀਂਡਸਾ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਭੰਗ ਕਰਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਨਹੀਂ ਹੋਣਗੇ। ਹਰਪਾਲ ਚੀਮਾ ਨੇ ਦਾਅਵਾ ਕੀਤਾ ਸੀ ਕਿ ਅਸੀਂ ਸਮਝੌਤਾ ਨਹੀਂ ਕਰਨਾ, ਅਸੀਂ ਮਰਜ ਕਰਾਵਾਂਗੇ, ਅਸੀਂ ਸੱਦਾ ਦੇਵਾਂਗੇ। ਹਰਪਾਲ ਚੀਮੇ ਦੀ ਗੱਲ ਵੀ ਸੁਣਦੇ ਹਾਂ। ਫਿਰ ਸੁਖਦੇਵ ਢੀਂਡਸਾ ਤੇ ਪਰਮਿੰਦਰ ਢੀਂਡਸਾ ਨੇ ਗੱਲ ਨਕਾਰਤੀ। ਉਹ ਕਹਿੰਦੇ ਅਸੀਂ ਸੀਟਾਂ ਤੇ ਸਮਝੌਤਾ ਕਰ ਸਕਦੇ ਹਾਂ, ਅਸੀਂ ਡੈਮੋਕ੍ਰੈਟਿਕ ਖਤਮ ਕਰਕੇ ਅਕਾਲੀ ਦਲ ਆਮ ਆਦਮੀ ਪਾਰਟੀ 'ਚ ਨਹੀਂ ਜਾਣਾ। ਹਰਪਾਲ ਚੀਮਾ ਦੀ ਛੋਟੀ ਜਿਹੀ ਗੱਲ ਸੁਣ ਲਈ। ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਨਾਲ ਬਿਲਕੁਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਡਾ ਜੀ ਦੀ ਗੱਲਬਾਤ ਹੋਈ ਆ, ਬੜੇ ਅੱਛੇ ਮਾਹੌਲ ਦੇ ਵਿੱਚ ਹੋਈ ਆ, ਬੜੇ ਪੋਜ਼ਿਟਿਵ ਢੰਗ ਦੇ ਨਾਲ ਹੋਈ ਆ। ਪਰ ਲੇਕਿਨ ਮੈਂ ਬੜਾ ਸਪਸ਼ਟ ਕਰਨਾ ਚਾਹੁੰਦਾ ਗਾ ਕਿ ਆਮ ਆਦਮੀ ਪਾਰਟੀ ਢੀਂਡਸਾ ਗਰੁੱਪ ਨਾਲ ਕੋਈ ਜਿਹੜਾ ਹੈਗਾ ਅਲਾਇੰਸ ਨਹੀਂ ਕਰੂਗੀ। ਆਮ ਆਦਮੀ ਪਾਰਟੀ ਇਕੱਲਿਆਂ ਚੋਣ ਲੜੂਗੀ। ਪਰ ਇੱਥੇ ਬੜਾ ਸਪਸ਼ਟ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰ ਜਿਹੜੇ ਹੈਗੇ ਨੇਗੇ ਢੀਂਡਸਾ ਗਰੁੱਪ ਦੇ ਬੜੀ ਜਲਦੀ ਸ਼ਾਮਲ ਹੋ ਰਹੇ ਨੇ। ਬੜੀ ਜਲਦੀ ਤੁਹਾਨੂੰ ਖੁਸ਼ਖਬਰੀ ਦੇਵਾਂਗੇ। ਦੇਖੋ ਬੜਾ ਸਪਸ਼ਟ ਹੈਗਾ, ਮੈਂ ਫਿਰ ਕਹਿ ਰਿਹਾ ਹਾਂ ਕਿ ਅਲਾਇੰਸ ਨਹੀਂ ਹੋਊਗਾ। ਵੱਡੀ ਪੱਧਰ 'ਤੇ ਜਿਹੜੀ ਡੈਮੋਕ੍ਰੈਟਿਕ ਪਾਰਟੀ ਹੈ, ਜਿਹੜੀ ਅਕਾਲੀ ਦਲ, ਉਹ ਸਾਨੂੰ ਜੁਆਇਨ ਕਰ ਰਹੇ ਨੇ। ਬੜੀ ਜਲਦੀ ਜਿਹੜਾ ਹੈਗਾ ਆ ਸਕਦੇ ਨੇਗੇ। ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਵੀ ਆ ਸਕਦੇ ਨੇ, ਢੀਂਡਸਾ ਸਾਹਿਬ ਵੀ ਸ਼ਾਮਲ ਹੋ ਸਕਦੇ ਨੇ। ਪਰ ਢੀਂਡਸਾ ਗਰੁੱਪ ਵੱਲੋਂ ਇਹ ਆ ਰਿਹਾ ਬਾਰ-ਬਾਰ ਕਿ ਚੋਣ ਸਮਝੌਤਾ ਕਰਾਂਗੇ, ਉਹ ਵਿੱਚ ਮਰਜ਼ ਵਾਲੀ ਗੱਲ ਨਹੀਂ ਕਰ ਰਹੇ। ਦੇਖੋ ਮੈਂ ਬਾਰ-ਬਾਰ ਕਹਿ ਰਿਹਾ ਗਾ ਕਿ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਡੈਮੋਕ੍ਰੈਟਿਕ ਸਰਦਾਰ ਸੁਖਦੇਵ ਸਿੰਘ ਢੀਂਡਸਾ ਨਾਲ ਕੋਈ ਅਲਾਇੰਸ ਨਹੀਂ ਹੋਣਾ ਗਾ। ਪਰ ਲੇਕਿਨ ਉਹਨਾਂ ਦੇ ਬਹੁਤ ਸਾਰੇ ਲੀਡਰ ਬੜੀ ਜਲਦੀ ਆਮ ਆਦਮੀ ਪਾਰਟੀ ਜੁਆਇਨ ਕਰਨਗੇ। ਪਾਰਟੀ ਤਾਂ ਸਾਡੀ ਹੈ, ਅਸੀਂ ਬਣਾਈ ਹੈ, ਅਸੀਂ ਕਿਵੇਂ ਛੱਡਾਂਗੇ? ਅਸੀਂ ਪਾਰਟੀ ਸਟਰੋਂਗ ਕਰ ਰਹੇ ਦਿਨੋਂ ਦਿਨ। ਇਸ ਕਰਕੇ ਗੱਲਾਂ ਐਵੇਂ ਨੇ, ਗਲਤ ਕਹਿੰਦੇ ਨੇ ਅਗਰ ਉਹ ਕਹਿੰਦੇ ਨੇ। ਸੋ ਸੁਖਦੇਵ ਢੀਂਡਸਾ ਨੇ ਸਾਫ਼ ਕਹਿਤਾ ਕਿ ਆਮ ਆਦਮੀ ਪਾਰਟੀ ਵਾਲੇ ਜੇ ਕੁਝ ਕਹਿ ਰਹੇ ਨੇ ਤੇ ਉਹ ਗੱਲਾਂ ਐਵੇਂ ਨੇ, ਅਸੀਂ ਆਪਣੀ ਪਾਰਟੀ ਛੱਡ ਕੇ ਨਹੀਂ ਜਾ ਸਕਦੇ। ਔਰ ਇਹਦੇ ਤੇ ਤਿੱਖਾ ਬਿਆਨ ਰਾਜਕੁਮਾਰ ਵੇਰਕਾ ਦਾ ਵੀ ਆਇਆ ਬਈ ਇਹ ਚਿੱਲਰ ਪਾਰਟੀ ਇਕੱਠਾ ਹੋਣਾ ਚਾਹੁੰਦੀ ਹੈ। ਇਹ ਭਾਨ ਨਹੀਂ ਹੁੰਦਾ ਢੇਲੀਆਂ ਪੋਲੀਆਂ, ਬਈ ਇਹ ਪਤਾ ਨਹੀਂ ਕਦੋਂ ਖਿਲਰ ਜਾਣੇ ਭਾਈ। ਤੇ ਇੱਕ ਪਾਸੇ ਚਾਂਦੀ ਦਾ ਇੱਕ ਖਰਾ ਸਿੱਕਾ ਕਾਂਗਰਸ ਦਾ ਸੋਲਿਡ ਸਿੱਕਾ, ਇੱਕ ਪਾਸੇ ਚਿੱਲਰ ਪਾਰਟੀ। ਇਹ ਮੁਕਾਬਲਾ ਨਹੀਂ ਕਰ ਸਕਦੀ। ਕਹੀਂ ਕੀਟ ਕहीं का रोड़ा, ਬਾਂਗਮਤੀ ਨੇ ਕੁਨਬਾ ਜੋੜਾ। ਇਹ ਇੱਟ ਰੋੜਿਆਂ ਦੀ ਪਾਰਟੀ, ਇਹ ਪਤਾ ਨਹੀਂ ਕਦੋਂ ਖਿਲਰ ਜੇ ਭਾਈ। ਕਾਂਗਰਸ ਪਾਰਟੀ ਛਿੱਕੇਬੰਦ ਪਾਰਟੀ ਹੈ, ਕੱਲਿਆਂ ਲੜੇਗੀ, ਟੀਚਾ ਪੂਰਾ ਕਰੇਗੀ। 2022 ਦੇ ਵਿੱਚ ਕਾਂਗਰਸ ਪਾਰਟੀ ਦੁਬਾਰਾ ਸਰਕਾਰ ਬਣਾਏਗੀ। ਸੋ ਕਾਂਗਰਸ ਵਾਲੇ 2022 ਦਾ ਟੀਚਾ ਰੱਖ ਕੇ ਬੈਠੇ ਨੇ, ਪਰ 2022 ਤੋਂ ਪਹਿਲਾਂ ਬਹੁਤ ਸਾਰੀਆਂ ਚੁਣੌਤੀਆਂ ਨੇ। ਲਗਾਤਾਰ ਜਵਾਬ ਦੇਣਾ ਪਊਗਾ ਲੋਕਾਂ ਦੇ ਸਵਾਲਾਂ ਦਾ, ਜਿਹੜੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਲੋਕ ਪੁੱਛਣਗੇ। ਘਰ ਘਰ ਨੌਕਰੀ ਕੀ ਮਿਲੀ? ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਕੀ ਹੋਇਆ? ਔਰ ਜਿਹੜਾ ਹੁਣ ਇਹ ਸਿੱਧੀ ਅਦਾਇਗੀ ਵਾਲਾ ਮਸਲਾ ਹੈ ਤੇ ਕਣਕ ਦੀ ਖਰੀਦੀ ਹੈ ਜਿਹੜੀ ਇਸ ਵਾਰ ਦੀ, ਕਿਉਂਕਿ 10 ਅਪ੍ਰੈਲ ਤੋਂ ਸਰਕਾਰੀ ਤੌਰ ਤੇ 4000 ਮੰਡੀਆਂ ਦਾ ਐਤਕੀ ਪ੍ਰਬੰਧ ਕੀਤਾ ਹੈ। ਆਮ ਤੌਰ ਤੇ 1872 ਖਰੀਦ ਕੇਂਦਰ ਨੇ, 4000 ਖਰੀਦ ਕੇਂਦਰ ਨੇ। ਕੀ ਇਹਨਾਂ 4000 ਖਰੀਦ ਕੇਂਦਰਾਂ ਤੋਂ ਸੂਬਾ ਸਰਕਾਰ ਸਿੱਧੀ ਅਦਾਇਗੀ ਇਸ ਵਾਰ ਮੁਕੰਮਲ ਕਰਾ ਪਾਏਗੀ? ਇਹ ਆਪਣੇ ਆਪ ਦੇ ਵਿੱਚ ਸਵਾਲ ਬਹੁਤ ਵੱਡਾ ਹੈ। ਉਧਰ ਪੰਜਾਬ 'ਚ ਕਣਕ ਦੀ ਕਟਾਈ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਨੇ। ਗੱਲਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਕਿਸਾਨਾਂ ਨੂੰ ਲੇਬਰ ਨਹੀਂ ਮਿਲ ਰਹੀ। ਕੋਵਿਡ ਦੀਆਂ ਸਥਿਤੀਆਂ ਖਤਰਨਾਕ ਹੋ ਰਹੀਆਂ ਨੇ, ਜਿਸ ਕਰਕੇ ਵੱਡੀ ਗਿਣਤੀ 'ਚ ਲੇਬਰ ਵਾਪਸ ਉੱਤਰ ਪ੍ਰਦੇਸ਼ ਤੇ ਬਿਹਾਰ ਚਲੀ ਗਈ ਹੈ। ਔਰ ਰੇਲਵੇ ਸਟੇਸ਼ਨਾਂ ਤੇ ਸਾਡੇ ਕਿਸਾਨ ਰੋਜ਼ ਜਾਂਦੇ ਨੇ ਤਾਂ ਕਿ ਲੇਬਰ ਉਹਨਾਂ ਨੂੰ ਉੱਥੇ ਮਿਲ ਸਕੇ। ਆ ਕੁਝ ਕਿਸਾਨਾਂ ਦੀ ਗੱਲ ਸੁਣਦੇ। ਬਹੁਤ ਮੁਸ਼ਕਲ ਆ, 4-5 ਗੇੜੇ ਲਾ ਚੁੱਕੇ ਆ ਜੀ। ਗੱਡੀ ਤੇ ਆਈ ਇਹਦੇ ਆ 1000 ਰੁਪਏ ਦਾ ਤੇਲ ਮਚਾਈਦਾ, ਕੋਈ ਲੇਬਰ ਮਿਲਦੀ ਨਹੀਂ, ਫਿਰ ਵਾਪਸੀ ਚਲੇ ਜਾਂਦੇ ਆ। ਬੜਾ ਮੁਸ਼ਕਲ ਹੋ ਗਿਆ। ਉੱਧਰੋਂ ਸਾਡੇ ਜਿਹੜੇ ਕਿਸਾਨ ਵੀਰ ਨੇ ਧਰਨਿਆਂ ਤੇ ਬੈਠੇ ਨੇ ਦਿੱਲੀ ਦੇ ਵਿੱਚ, ਅਸੀਂ ਇੱਥੇ ਪਰੇਸ਼ਾਨ ਹੁੰਨੇ ਪਏ ਆ, ਉੱਥੇ ਮੋਦੀ ਸਰਕਾਰ ਪਰੇਸ਼ਾਨ ਕੀਤੀ ਜਾਂਦੀ ਹੈ। ਔਖਾ ਬਹੁਤ ਹੋ ਗਿਆ ਜੀ, ਜ਼ਿਮੀਂਦਾਰ ਨੂੰ, ਕਿਸਾਨ ਨੂੰ ਬਹੁਤ ਔਖਾ ਹੋ ਗਿਆ। ਮਿਲ ਹੀ ਨਹੀਂ ਰਹੀ ਲੇਬਰ, ਬਸ ਸਵੇਰ ਦੇ ਤੁਰੇ ਫਿਰਨੇ ਆ, ਮਿਲਦੀ ਕੋਈ ਨਹੀਂ ਲੇਬਰ। ਹੁਣ ਸਵੇਰੇ 6 ਵਜੇ ਗੱਡੀ ਆਵੇਗੀ, ਬਹੁਤ ਪਰੇਸ਼ਾਨੀ ਲੇਬਰ ਦੀ ਆ ਰਹੀ। ਕਾਰਨ ਇਹੋ ਸਰਕਾਰਾਂ ਦੇ ਕਾਰਨ ਨੇ। ਉਹ ਫਿਰ ਪਿਛਲੀ ਵਾਰੀ ਵਾਂਗੂ ਫਿਰ ਕਰੋਨਾ ਆ ਦਿੱਤਾ, ਹੁਣ ਕਰੋਨਾ ਆ ਗਿਆ ਜੀ, ਕਰੋਨਾ ਆ ਗਿਆ। ਬਸ ਪਿਛਾਂ ਨੂੰ ਲੱਗੇ ਜਾਂਦੇ ਸਾਰੇ, ਜਿੰਨੀ ਲੇਬਰ ਪਿਛਾਂ ਜਾ ਰਹੀ ਹੈ, ਇੱਥੇ ਕੋਈ ਨਹੀਂ ਮਿਲ ਰਹੀ। ਬਹੁਤ ਕਿਸਾਨ ਪਰੇਸ਼ਾਨ। ਉੱਧਰੋਂ ਉੱਥੇ ਦਿੱਲੀ ਬੈਠੇ ਕਿਸਾਨ ਸਾਡੇ ਭਰਾ ਸਾਰੇ, ਮੋਦੀ ਸਰਕਾਰ ਬਹੁਤ ਮਾੜਾ ਕੰਮ ਕਰ ਰਹੀ। ਤਿੰਨੇ ਕਾਲੇ ਕਾਨੂੰਨ ਵਾਪਸ ਲਵੇ, ਜ਼ਿਮੀਂਦਾਰ ਘਰ ਨੂੰ ਆਉਣ, ਆਪਦਾ ਕੰਮ ਕਰਨ। ਅਸੀਂ ਹੁਣ ਉੱਥੇ ਆਂਢ ਗੁਆਂਢ ਦੇ ਉੱਥੇ ਵੀ ਆਖਿਆ ਚਲੋ ਬੰਦੇ ਲੈ ਕੇ ਆਉਣੇ ਆ, ਚਲੋ ਕੋਈ ਕਣਕਾਂ ਵੱਢਣਗੇ, ਕੋਈ ਕੰਮ ਕਰਨਗੇ। ਪਰ ਤੀਜਾ ਚੌਥਾ ਕਿਹੜਾ ਹੋ ਗਿਆ, ਬੰਦਾ ਕੋਈ ਨਹੀਂ ਲੱਭਦਾ। ਸੋ ਕਿਸਾਨਾਂ ਨੂੰ ਲੇਬਰ ਨਹੀਂ ਮਿਲ ਰਹੀ। ਨਰਿੰਦਰ ਮੋਦੀ ਦੀ ਸਰਕਾਰ ਤੋਂ ਨਾਰਾਜ਼ ਨੇ ਕਿਸਾਨ ਹਾਲੇ ਵੀ। ਔਰ ਇਹ 3 ਜਿਹੜੇ ਕਾਨੂੰਨ ਨੇ
ਉਹਨਾਂ ਨੂੰ ਵਾਪਸੀ ਦੀ ਮੰਗ ਤੇ ਲਗਾਤਾਰ ਵੱਖ-ਵੱਖ ਕਿਸਾਨ ਸੰਗਠਨ ਤੇ ਉਹਨਾਂ ਦੇ ਮੈਂਬਰ ਡਟੇ ਹੋਏ ਨੇ। ਉਧਰ ਕੋਵਿਡ ਦੀਆਂ ਸਥਿਤੀਆਂ ਵੀ ਕੋਈ ਬਹੁਤੀਆਂ ਚੰਗੀਆਂ ਨਹੀਂ। ਪੂਰੇ ਮੁਲਕ 'ਚ ਕੋਵਿਡ ਦੇ ਜਿਹੜੇ ਨਵੇਂ ਕੇਸ ਨੇ ਉਹਨਾਂ ਦੀ ਗਿਣਤੀ ਲੱਖ ਤੋਂ ਜ਼ਿਆਦਾ ਆਉਣ ਲੱਗ ਗਈ। ਇਹ ਸਥਿਤੀਆਂ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਚਿੰਤਾਜਨਕ ਹੋਈ ਜਾਂਦੀਆਂ ਨੇ। ਕੋਵਿਡ ਦੇ ਕੇਸ ਲੱਖ ਨਾਲੋਂ ਜ਼ਿਆਦਾ ਆਉਣ ਲੱਗ ਗਏ ਔਰ ਪੰਜਾਬ 'ਚ ਵੀ ਕੱਲ 8 ਅਪ੍ਰੈਲ ਨੂੰ 3119 ਨਵੇਂ ਕੇਸ ਆਏ ਨੇ। 3119 ਨਵੇਂ ਕੇਸ ਆਏ ਨੇ ਔਰ ਕੱਲ ਵੀ ਪੰਜਾਬ 'ਚ 56 ਲੋਕ ਦੁਨੀਆ ਤੋਂ ਚਲੇ ਗਏ ਕੋਵਿਡ ਕਰਕੇ। ਸੋ ਕੋਵਿਡ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ ਔਰ ਸੂਬੇ 'ਚ ਟੈਸਟ ਜ਼ਿਆਦਾ ਹੋਣੇ ਚਾਹੀਦੇ ਨੇ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵੈਕਸੀਨੇਸ਼ਨ ਕਰਾਉਣ, ਆਪਣਾ ਟੀਕਾ ਆਪਣੇ ਲਵਾਉਣ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਕੱਲ ਦੂਸਰੀ ਡੋਜ਼ ਆਪਣੀ ਲੈ ਲਈ ਸੀ। ਜਿਸ ਸਟਾਫ ਨੇ ਉਹਨਾਂ ਨੂੰ ਦੂਸਰੀ ਡੋਜ਼ ਦਿੱਤੀ ਵੈਕਸੀਨੇਸ਼ਨ ਦੀ, ਸੰਗਰੂਰ ਦੀ ਉਹ ਪੰਜਾਬਣ ਹੈ, ਉਹਨਾਂ ਦੀ ਗੱਲ ਵੀ ਤੁਹਾਨੂੰ ਸੁਣਾਵਾਂਗੇ। ਪਹਿਲਾਂ ਮੈਂ ਕੇਸ ਦੱਸਦਾ। ਕੱਲ ਪੰਜਾਬ 'ਚ 3119 ਕੇਸ ਆਏ ਨੇ। ਲੁਧਿਆਣਾ 'ਚ 425, ਲੁਧਿਆਣਾ 'ਚ ਕੇਸ ਬਹੁਤ ਜ਼ਿਆਦਾ ਨੇ। ਜਲੰਧਰ 'ਚ 419, ਮੋਹਾਲੀ 'ਚ 456, ਪਟਿਆਲਾ 'ਚ 354 ਕੇਸ ਆਏ ਨੇ। ਅੰਮ੍ਰਿਤਸਰ 'ਚ 317 ਕੇਸ ਆਏ ਨੇ। ਹੁਸ਼ਿਆਰਪੁਰ 126 ਕੇਸ ਆਏ ਨੇ। ਬਠਿੰਡਾ 'ਚ 74 ਆਏ ਨੇ। ਗੁਰਦਾਸਪੁਰ 138 ਕੇਸ ਆਏ ਨੇ। ਕਪੂਰਥਲਾ 'ਚ 177 ਕੇਸ ਆਏ ਨੇ। ਸ਼ਹੀਦ ਭਗਤ ਸਿੰਘ ਨਗਰ 'ਚ 47 ਕੇਸ ਆਏ ਨੇ। ਪਠਾਨਕੋਟ 'ਚ 46 ਕੇਸ ਆਏ ਨੇ। ਸੰਗਰੂਰ 'ਚ 95 ਕੇਸ ਆਏ ਨੇ। ਫਿਰੋਜ਼ਪੁਰ 'ਚ 22 ਕੇਸ ਆਏ ਨੇ। ਰੋਪੜ 'ਚ 52 ਕੇਸ ਆਏ ਨੇ। ਫਰੀਦਕੋਟ 'ਚ 66 ਆਏ ਨੇ। ਫਾਜ਼ਿਲਕਾ 'ਚ 18 ਕੇਸ ਆਏ ਨੇ। ਮੁਕਤਸਰ 'ਚ 76 ਕੇਸ ਆਏ ਨੇ। ਫਤਿਹਗੜ੍ਹ ਸਾਹਿਬ 'ਚ 34 ਕੇਸ ਆਏ ਨੇ। ਤਰਨਤਾਰਨ 'ਚ 58 ਕੇਸ ਆਏ ਨੇ। ਮੋਗਾ 'ਚ 51 ਕੇਸ ਆਏ ਨੇ। ਮਾਨਸਾ 'ਚ 45 ਕੇਸ ਆਏ ਨੇ ਤੇ ਬਰਨਾਲਾ 'ਚ ਵੀ 23 ਕੇਸ ਆਏ ਨੇ। ਸੋ ਇਹ ਸਥਿਤੀਆਂ ਸੀ ਕੱਲ ਦੀਆਂ। ਔਰ ਦੂਜੇ ਪਾਸੇ ਪ੍ਰਧਾਨ ਮੰਤਰੀ ਨੂੰ ਜਿਹੜਾ ਇੰਜੈਕਸ਼ਨ ਦਿੱਤਾ ਗਿਆ ਹੈ, ਜਿਹੜਾ ਵੈਕਸੀਨੇਸ਼ਨ ਉਹਨਾਂ ਨੂੰ ਦਿੱਤੀ ਗਈ ਹੈ, ਉਸ ਮਾਮਲੇ ਦੇ ਵਿੱਚ ਵੀ ਸੰਗਰੂਰ ਦੀ ਜਿਹੜੀ ਪੰਜਾਬਣ ਹੈ ਉਹਦੇ ਵੱਲੋਂ ਇਹ ਵੈਕਸੀਨੇਸ਼ਨ ਦਿੱਤੀ ਗਈ ਸੀ ਕੱਲ ਦਿੱਲੀ ਦੇ ਵਿੱਚ। ਏਮਸ ਦੇ ਵਿੱਚ ਪ੍ਰਧਾਨ ਮੰਤਰੀ ਨੇ ਜਿਹੜੀ ਇਹ ਵੈਕਸੀਨੇਸ਼ਨ ਹੈ ਹਾਸਲ ਕੀਤੀ ਸੀ। ਉਧਰ ਪੰਜਾਬ ਦੇ ਲੋਕਡਾਊਨ ਦੇ ਉੱਤੇ ਵੀ ਸਿਆਸੀ ਤੌਰ ਤੇ ਤਿੱਖੇ ਹਮਲੇ ਹੋ ਰਹੇ ਨੇ। ਸ਼ਾਮ ਨੂੰ ਪੰਜਾਬ 'ਚ ਰਾਤ ਨੂੰ 9 ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਹੈ ਔਰ ਪੰਜਾਬ 'ਚ ਪੋਲੀਟੀਕਲ ਰੈਲੀਆਂ ਤੇ ਪਾਬੰਦੀ ਹੈ। ਅਕਾਲੀ ਦਲ ਨੇ ਵਿਰੋਧ ਕੀਤਾ ਹੈ। ਅਕਾਲੀ ਦਲ ਕਹਿੰਦੇ ਕਿ ਕੈਪਟਨ ਅਮਰਿੰਦਰ ਨੇ ਕੋਵਿਡ ਕਰਕੇ ਨਹੀਂ, ਬਲਕਿ ਅਕਾਲੀ ਦਲ ਦੀਆਂ ਰੈਲੀਆਂ 'ਚ ਜਿਹੜਾ ਰਸ਼ ਆ ਰਿਹਾ ਸੀ ਉਸ ਕਰਕੇ ਜਿਹੜੀ ਹੈ ਰੈਲੀਆਂ ਤੇ ਪਾਬੰਦੀ ਲਾਈ ਹੈ। ਬੀਜੇਪੀ ਦੇ ਸੀਨੀਅਰ ਲੀਡਰ ਨੇ ਮਨੋਰੰਜਨ ਕਾਲੀਆ, ਉਹਨਾਂ ਨੇ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਲੁਧਿਆਣੇ। ਉਹ ਵੀ ਕਹਿੰਦੇ ਜਦੋਂ ਵੈਕਸੀਨੇਸ਼ਨ ਆ ਗਈ ਤੇ ਫਿਰ ਰਾਤ ਦੇ ਲੋਕਡਾਊਨ ਦੇ ਨਾਲ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਣਾ। ਸੋ ਮਨੋਰੰਜਨ ਕਾਲੀਆ ਦੀ ਗੱਲ ਵੀ ਸੁਣ ਲੈਂਦੇ ਆ। ਜਦਕਿ ਪ੍ਰਧਾਨ ਮੰਤਰੀ ਨੇ ਕੱਲ ਮੀਟਿੰਗਾਂ ਕੀਤੀਆਂ। ਪ੍ਰਧਾਨ ਮੰਤਰੀ ਕਹਿੰਦੇ ਵੀ ਹਜੇ ਪੂਰਾ ਲੋਕਡਾਊਨ ਨਹੀਂ ਲਾਉਣਾ, ਪਰ ਜਿਹੜਾ ਰਾਤ ਦਾ ਕਰਫਿਊ ਹੈ ਉਹਨੂੰ ਕੋਵਿਡ ਕਰਫਿਊ ਕਹੋ, ਉਹ ਪ੍ਰਭਾਵੀ ਹੈ, ਉਹਦਾ ਪ੍ਰਧਾਨ ਮੰਤਰੀ ਕਹਿੰਦੇ ਫਾਇਦਾ ਹੋਊਗਾ। ਪਰ ਮਨੋਰੰਜਨ ਕਾਲੀਆ ਦੀ ਗੱਲ ਸੁਣ ਲਈਏ ਬੀਜੇਪੀ ਦੇ ਲੀਡਰ। ਕੋਵਿਡ ਦੇ ਵਿੱਚ ਹੁਣ ਕੋਵਿਡ ਦੀ ਗੱਲ ਅੱਜ ਵੀ ਕੈਪਟਨ ਸਾਹਿਬ ਨੇ ਜਿਹੜਾ ਬਿਆਨ ਆਇਆ, ਕੋਵਿਡ ਦੇ ਵਿੱਚ ਜਿਹੜੀ ਵੈਕਸੀਨੇਸ਼ਨ ਹੈ ਜਦ ਤੱਕ ਨਹੀਂ ਆਈ ਸੀ ਉਦੋਂ ਤੱਕ ਤਾਂ ਲੋਕਡਾਊਨ ਦਾ ਔਚਿੱਤਯ ਸਮਝ ਆਉਂਦਾ। ਜਦੋਂ ਵੈਕਸੀਨ ਆ ਗਈ ਹੈ ਤੇ ਵੈਕਸੀਨ ਪੂਰੀ ਤਰ੍ਹਾਂ ਲੱਗਣੀ ਚਾਹੀਦੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਵੀ ਜਿਹੜੀ ਨੈਸ਼ਨਲ ਐਵਰੇਜ ਹੈ ਉਸ ਤੋਂ ਵੀ ਘੱਟ ਹੈ, ਉਸ 'ਤੇ ਧਿਆਨ ਨਹੀਂ ਹੈਗਾ। ਹੁਣ ਅਸੀਂ ਕਹੀਏ ਕਿ ਵੀ ਅਸੀਂ ਪੋਲੀਟੀਕਲ ਜਿਹੜੀਆਂ ਹੈਗੀਆਂ ਗੈਦਰਿੰਗਸ ਨਹੀਂ ਹੋਣ ਦੇਣੀਆਂ, ਸੋਸ਼ਲ ਗੈਦਰਿੰਗ ਦੇ ਉੱਤੇ ਬੈਨ ਲਗਾਇਆ ਹੋਇਆ। ਉਹਦਾ ਇਲਾਜ ਇਹ ਸੀਗਾ ਜਦ ਤੱਕ ਵੈਕਸੀਨੇਸ਼ਨ ਨਹੀਂ ਹੋ ਰਹੀ ਸੀ, ਨਹੀਂ ਆਈ ਸੀ ਵੈਕਸੀਨੇਸ਼ਨ। ਹੁਣ ਜਦੋਂ ਵੈਕਸੀਨ ਆ ਗਈ ਹੈ ਤੇ ਤੁਸੀਂ ਉਹਦੇ ਉੱਤੇ ਕਿਉਂ ਪਿਛੜ ਰਹੇ ਹੋ? ਉਹ ਪ੍ਰੀਵੈਂਟਿਵ ਮੈਜਰ ਹੈਗਾ, ਉਹਦੇ ਉੱਤੇ ਕਿਉਂ ਪਿਛੜ ਰਹੇ ਹੋ? ਔਰ ਅੱਜ ਜਿਹੜਾ ਹੈਗਾ ਜੋ ਸਥਿਤੀ ਬਣਦੀ ਹੈ ਕਿ ਵੀ ਤੁਸੀਂ ਪ੍ਰਸ਼ਾਂਤ ਕਿਸ਼ੋਰ ਨੂੰ ਐਡਵਾਈਜ਼ਰ ਤੌਰ ਤੇ, ਪਹਿਲਾਂ ਇਹ ਪੋਲ ਸਟ੍ਰੈਟਜਿਸਟ ਸੀਗਾ ਜਦੋਂ 2017 'ਚ, ਹੁਣ ਇਹ ਫਿਰ ਦੁਬਾਰਾ ਆ ਗਿਆ ਐਡਵਾਈਜ਼ਰ। ਤੇ ਅੱਗੇ ਵੀ ਝੂਠੇ ਵਾਅਦੇ ਲਾਏ ਸੀਗੇ ਤੇ ਹੁਣ ਵੀ ਝੂਠੇ ਵਾਅਦੇ ਜਿਹੜੇ ਹੈਗੇ ਆ ਉਹਨੇ ਕਰਨੇ ਫਿਰ। ਲੇਕਿਨ ਹੁਣ ਪਬਲਿਕ ਹੈ, ਸਭ ਜਾਣਦੀ ਹੈ। ਸੋ ਪਬਲਿਕ ਹੈ, ਸੱਚਮੁੱਚ ਸਭ ਕੁਝ ਜਾਣਦੀ ਹੈ। ਸੋ ਪਬਲਿਕ ਤੋਂ ਕੁਝ ਨਹੀਂ ਲੁਕਿਆ। ਪਬਲਿਕ ਨੂੰ ਇਹ ਵੀ ਪਤਾ ਹੈ ਕਿ ਅਗਰ ਅਸੀਂ ਬਿਨਾਂ ਮਾਸਕ ਤੋਂ ਜਾਵਾਂਗੇ ਸਾਡਾ ਚਲਾਨ ਹੋਊ, ਅਗਰ ਲੀਡਰ ਬਿਨਾਂ ਮਾਸਕ ਤੋਂ ਜਾਂਦੇ ਨੇ ਤੇ ਚਲਾਨ ਨਹੀਂ ਹੁੰਦਾ। ਅਸੀਂ ਕਾਰ 'ਚ ਬਿਨਾਂ ਮਾਸਕ ਤੋਂ 3-4 ਤੋਂ ਜ਼ਿਆਦਾ ਲੋਕ, 2 ਤੋਂ ਜ਼ਿਆਦਾ ਲੋਕ ਨਹੀਂ ਬਹਿ ਸਕਦੇ, ਉਂਝ ਤਾਂ ਕੋਈ ਵੀ ਨਹੀਂ ਬਹਿ ਸਕਦਾ। ਪਰ ਲੀਡਰਾਂ ਦੀਆਂ ਰੈਲੀਆਂ 'ਚ ਜਿਵੇਂ ਮਰਜ਼ੀ ਲੋਕ ਬਿਨਾਂ ਮਾਸਕਾਂ ਤੋਂ ਜਾਣ। ਸੋ ਇਹ ਪਬਲਿਕ ਨੂੰ ਸਾਰਾ ਕੁਝ ਪਤਾ ਹੈ। ਪਰ ਫਿਲਹਾਲ ਖਬਰ ਪੜਤਾਲ ਦੇ ਇਸ ਪ੍ਰੋਗਰਾਮ ਨੂੰ ਇੱਥੇ ਵਿਰਾਮ ਦੇਵਾਂਗੇ। ਅੱਜ ਸ਼ਾਮ ਨੂੰ ਲਾਈਵ ਪ੍ਰੋਗਰਾਮ 'ਚ ਸ਼ਾਮ ਨੂੰ 6:30 ਵਜੇ ਫਿਰ ਮੁਲਾਕਾਤ ਹੋਏਗੀ। ਸੁਰਿੰਦਰ ਡੱਲਾ ਨੂੰ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ।